ਹੈਲੋ ਸਟੂਡੈਂਟਸ, ਅੱਜ ਆਪਾਂ ਚੈਪਟਰ 6 ਸਟਾਰਟ ਕਰਨ ਜਾ ਰਹੇ ਹਾਂ। +2 ਕਲਾਸ ਦਾ ਚੈਪਟਰ ਦਾ ਨੇਮ ਹੈ ਐਪਲੀਕੇਸ਼ਨ ਆਫ ਡੈਰੀਵੇਟਿਵਸ। ਠੀਕ ਹੈ, ਇਹਦੇ ਵਿੱਚ ਜਿਹੜਾ ਹੈਗਾ ਆਪਾਂ ਅਲੱਗ-ਅਲੱਗ ਐਕਸਰਸਾਈਜ਼ ਦੇ ਵਿੱਚ ਜਿਵੇਂ ਮੈਕਸਿਮਮ ਮਿਨੀਮਮ ਵੈਲਿਊਜ਼ ਔਰ ਉਹਦੇ ਇੰਟਰਵਲ ਕਿਹਦੇ ਚੋਂ ਇਨਕਰੀਜ਼ ਹੋ ਰਿਹਾ, ਡਿਕਰੀਜ਼ ਹੋ ਰਿਹਾ, ਜਾਂ ਕਿਸੇ ਚੀਜ਼ ਦਾ ਕੁਆਂਟੀਟੀਜ਼ ਜਿਹੜਾ ਹੈਗਾ ਕਿਸ ਰੇਟ ਨਾਲ ਚੇਂਜ ਹੋ ਰਹੀਆਂ ਨੇ। ਠੀਕ ਹੈ, ਇਹਦੇ ਵਿੱਚ ਆਪਾਂ ਪੜਾਂਗੇ ਐਪਲੀਕੇਸ਼ਨ ਯਾਨੀ ਕਿ ਡੈਰੀਵੇਟਿਵ ਤੁਹਾਡੇ ਕੋਲੇ ਯੂਜ਼ ਕਿੱਥੇ ਹੁੰਦਾ। ਠੀਕ ਹੈ, ਤਾਂ ਇਹਦੇ 'ਚ ਜਿਹੜਾ ਆਪਾਂ ਅੱਜ ਐਕਸਰਸਾਈਜ਼ ਕਰਨ ਜਾ ਰਹੇ ਹਾਂ 6.1 ਤਾਂ ਉਹਦੇ ਵਿੱਚ ਤੁਹਾਡੇ ਕੋਲੇ ਕੀ ਹੈ 6A ਕਹਿ ਲਓ ਜਾਂ 6.1 ਕਹਿ ਲਓ। ਤਾਂ ਇਹ 'ਚ ਆਪਾਂ ਕੀ ਪੜਾਂਗੇ ਰੇਟ ਆਫ ਚੇਂਜ ਆਫ ਕੁਆਂਟੀਟੀਜ਼। ਕੁਆਂਟੀਟੀ ਦਾ ਰੇਟ ਹੈ ਜਿਹੜਾ ਉਹ ਕਿਸ ਰੇਟ ਨਾਲ ਚੇਂਜ ਹੋ ਰਹੀਆਂ ਨੇ। ਠੀਕ ਹੈ, ਤੁਹਾਡੇ ਕੋਲੇ ਜਿਹੜੀ ਨਿਊ ਬੁੱਕ ਹੈ ਉਹਦੇ ਵਿੱਚ ਸਿਰਫ 12 ਐਗਜ਼ਾਮਪਲਸ ਨੇ, ਜਿਹਦੇ ਵਿੱਚੋਂ ਮੈਂ ਤੁਹਾਨੂੰ ਜਿਹੜੀਆਂ ਹੈਗੀਆਂ ਨੇ 7 ਜਾਂ 8 ਐਗਜ਼ਾਮਪਲਸ ਕਰਵਾ ਰਹੀ ਹਾਂ, ਕਿਉਂਕਿ ਜਿਹੜੀਆਂ ਸੇਮ ਨੇ ਉਹ ਮੈਂ ਤੁਹਾਡੀਆਂ ਜਿਹੜੀਆਂ ਐਗਜ਼ਾਮਪਲਸ ਆ ਉਹ ਤੁਸੀਂ ਖੁਦ ਟਰਾਈ ਕਰੋਗੇ। ਉਸ ਤੋਂ ਬਾਅਦ ਐਕਸਰਸਾਈਜ਼ ਦੇ ਵਿੱਚ ਵੀ ਥੋੜੇ ਜਿਹੇ ਕੁਐਸਚਨ ਹੈ, ਜ਼ਿਆਦਾ ਨਹੀਂ ਹੈ। ਠੀਕ ਹੈ, ਜਾਨੀ ਕਿ ਤੁਹਾਡੇ ਕੋਲੇ ਕੁਐਸਚਨ ਹੈਗੇ ਨੇ ਐਕਸਰਸਾਈਜ਼ ਦੇ ਵਿੱਚ 22 ਕੁਐਸਚਨਸ ਹੈ ਮਾਡਰਨ ਦੀ ਬੁੱਕ ਦੇ ਵਿੱਚ। ਤਾਂ ਤੁਸੀਂ ਉਹ ਕੁਐਸਚਨ ਟਰਾਈ ਕਰੋਗੇ। ਅਗਰ ਕੋਈ ਪ੍ਰੋਬਲਮ ਹੋਈ ਤਾਂ ਕੁਐਸਚਨ ਜਿਹੜਾ ਹੈਗਾ ਤੁਸੀਂ ਕਮੈਂਟ ਦੇ ਵਿੱਚ ਲਿਖ ਕੇ ਸੈਂਡ ਕਰ ਦੋਗੇ। ਠੀਕ ਹੈ, ਤਾਂ ਫਸਟ ਐਗਜ਼ਾਮਪਲ ਨੰਬਰ ਫਸਟ, ਆ ਪਾਰਟੀਕਲ ਮੂਵਸ ਅਲੋਂਗ ਦੀ ਕਰਵ ਦਿਸ। ਕੋਈ ਵੀ ਪਾਰਟੀਕਲ ਹੈ ਤੁਹਾਡੇ ਕੋਲੇ, ਇਹ ਕੀ ਹੈ ਕਰਵ ਤੁਹਾਡੀ ਇਦਾਂ ਬਣ ਰਹੀ ਹੈ। ਠੀਕ ਹੈ, ਕਰਵ ਦੇ ਵਿੱਚ ਜਿਹੜਾ ਹੈਗਾ ਮੂਵ ਕਰ ਰਿਹਾ ਕੋਈ ਵੀ ਪਾਰਟੀਕਲ। ਐਟ ਵਟ ਪੁਆਇੰਟ ਆਰਡੀਨੇਟ ਇਨਕਰੀਜ਼ਸ ਐਟ ਦੀ ਸੇਮ ਰੇਟ ਐਜ਼ ਐਬਸਿਸਾ, ਜਾਨੀ ਕਿ ਜਿਸ ਰੇਟ ਨਾਲ ਐਕਸ ਚੇਂਜ ਹੋ ਰਿਹਾ ਉਸੇ ਰੇਟ ਨਾਲ ਵਾਈ ਚੇਂਜ ਹੋ ਰਿਹਾ, ਜਾਨੀ ਕਿ dx/dt ਔਰ dy/dt। ਇਹ ਆਪਾਂ ਟਾਈਮ ਦੇ ਅਕੋਰਡਿੰਗ ਲਵਾਂਗੇ। ਠੀਕ ਹੈ, ਜਦੋਂ ਆਪਾਂ ਨੂੰ ਦਿੱਤਾ ਹੋਇਆ ਕਿ ਕਿਸੇ ਹੋਰ ਰੇਟ ਨਾਲ ਫਿਰ ਆਪਾਂ ਉਸ ਦੇ ਅਕੋਰਡਿੰਗ ਲੈਣਾ, ਬਟ ਜੇ ਨਹੀਂ ਗਿਵਨ ਤਾਂ ਆਪਾਂ ਟਾਈਮ ਦੇ ਅਕੋਰਡਿੰਗ ਹੀ ਲਵਾਂਗੇ। ਤਾਂ dx/dt ਤੇ dy/dt ਇਕੁਅਲ ਦਿੱਤੇ ਹੋਏ ਨੇ, ਰੇਟ ਚੇਂਜ ਹੋ ਰਿਹਾ। ਠੀਕ ਹੈ, ਤਾਂ ਆਪਣੇ ਕੋਲੇ ਤੁਹਾਡੇ ਕੋਲੇ ਵੈਲਿਊ ਕਿੰਨੀ ਦਿੱਤੀ ਹੋਈ ਹੈ ਜੀ ਫਸਟ ਦੀ, ਕੀ ਗਿਵਨ ਆਪਣੇ ਕੋਲੇ ਕਰਵ ਕਿਹੜੀ ਗਿਵਨ ਹੈ, ਦਾ ਗਿਵਨ ਕਰਵ ਇਜ਼ x² ਇਜ਼ ਇਕੁਅਲ ਟੂ 2y। ਇਹਦਾ ਡੈਰੀਵੇਟਿਵ ਕਰ ਦੋ ਵਿਦ ਰਿਸਪੈਕਟ ਟੂ x। ਡੈਰੀਵੇਟਿਵ ਕੀ ਆਏਗਾ 2x ਇਜ਼ ਇਕੁਅਲ ਟੂ 2y ਇੰਟੂ dx/dt ਇੰਟੂ dy/dt। ਕਿਉਂ? ਕਿਉਂਕਿ ਇਹ ਟਾਈਮ ਦੇ ਅਕੋਰਡਿੰਗ ਚੇਂਜ ਹੋ ਰਿਹਾ। 2 ਨਾਲ 2 ਕੈਂਸਲ ਹੋ ਗਿਆ, x dx/dt ਤੇ dy/dt ਇਕੁਅਲ ਨੇ ਤਾਂ ਇਹ ਵੀ ਕੈਂਸਲ ਹੋ ਜਾਣਗੇ। x ਦੀ ਵੈਲਿਊ ਕਿਹਦੇ ਇਕੁਅਲ ਆ ਜਾਊਗੀ, y ਦੇ ਇਕੁਅਲ ਆ ਜਾਊਗੀ। ਠੀਕ ਹੈ, x ਦੀ ਵੈਲਿਊ ਤੁਹਾਡੇ ਕੋਲੇ ਕਿਹਦੇ ਇਕੁਅਲ ਆ ਗਈ, y ਦੇ ਇਕੁਅਲ ਆ ਗਈ। टू बाई ਇਹਦਾ ਡੈਰੀਵੇਟਿਵ ਕਰੋਗੇ 2 ਇੰਟੂ dy/dt ਆ ਜਾਊਗਾ। ਠੀਕ ਹੈ, 2x dx/dt ਔਰ ਇਧਰ ਕੀ ਆ ਜਾਊਗਾ 2 dy/dt। ਹੁਣ dx/dt ਤੇ dy/dt ਇਕੁਅਲ ਹੈ ਤੇ ਇਧਰ ਵੈਲਿਊ ਕਿੰਨੀ ਰਹਿ ਜਾਊਗੀ 1 ਰਹਿ ਜਾਊਗੀ। x ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲੇ 1 ਆ ਗਈ। ਠੀਕ ਹੈ, ਇਹਨੂੰ ਇਹ ਚ ਪੁੱਟ ਕਰ ਦੋ, 1 ਪੁੱਟ ਕਰੋਗੇ 1 ਦਾ ਸਕੁਅਰ ਇਜ਼ ਇਕੁਅਲ ਟੂ 2y, ਤਾਂ y ਦੀ ਵੈਲਿਊ ਕਿੰਨੀ ਆ ਗਈ 1/2 ਆ ਗਈ। ਉਹਨਾਂ ਨੇ ਪੁੱਛਿਆ ਕੀ ਸੀਗਾ ਬਟ ਪੁਆਇੰਟ ਤੁਹਾਡੇ ਕੋਲੇ ਆ ਗਿਆ, ਪੁਆਇੰਟ ਕੀ ਆ ਗਿਆ x1 ਹੈ, y ਕੀ 1/2 ਆ। ਇਹ ਆਪਾਂ ਨੂੰ ਜਿਹੜਾ ਹੈਗਾ ਸੀ ਪੁਆਇੰਟ ਆਪਾਂ ਫਾਈਂਡ ਕਰਨਾ ਸੀ। ਨੈਕਸਟ ਐਗਜ਼ਾਮਪਲ ਨੰਬਰ 2, the side of an equilateral triangle as is increasing at the rate of 2 centimeter per second। ਤਾਂ ਆਪਾਂ ਪਹਿਲਾਂ ਉਹਦੀ ਸਾਈਡ ਲੈ ਲੈਣੇ ਆ। let the side of equilateral triangle B x ਲੈ ਲਈਏ, ਕਿਸ ਰੇਟ ਨਾਲ ਚੇਂਜ ਹੋ ਰਹੀ ਹੈ, ਜਾਨੀ ਕਿ dx/dt ਕਿਸ ਰੇਟ ਨਾਲ ਚੇਂਜ ਹੋ ਰਹੀ ਹੈ 2 centimeter per second। At what rate the area is increasing when the side of the triangle is equal to 20 centimeter, ਜਾਨੀ ਕਿ ਏਰੀਆ ਕਿਸ ਰੇਟ ਨਾਲ ਇਨਕਰੀਜ਼ ਹੋਏਗਾ। ਤਾਂ ਪਹਿਲਾਂ ਤੁਹਾਨੂੰ ਇਹਦਾ ਏਰੀਆ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ 3/4a ਦਾ ਸਕੁਅਰ। ਇਸ ਚੈਪਟਰ ਦੇ ਵਿੱਚ ਤੁਹਾਨੂੰ ਸਾਰੇ ਫਾਰਮੂਲੇ ਧਿਆਨ ਦੇ ਵਿੱਚ ਹੋਣੇ ਚਾਹੀਦੇ ਜਿਹੜੇ ਆਪਾਂ 10th ਕਲਾਸ ਦੇ ਵਿੱਚ ਕੀਤੇ ਸੀਗੇ। ਸਰਕਲ ਦਾ ਏਰੀਆ, ਸਕੁਅਰ ਦਾ ਏਰੀਆ, ਟ੍ਰਾਇੰਗਲ ਦਾ ਏਰੀਆ, ਰੈਕਟੈਂਗਲ ਦਾ ਏਰੀਆ। ਠੀਕ ਹੈ, ਕੋਨ ਦਾ ਵੋਲੀਅਮ ਹੋ ਗਿਆ ਤੁਹਾਡੇ ਕੋਲੇ ਔਰ ਸਿਲੰਡਰ ਦਾ ਵੋਲੀਅਮ ਹੋ ਗਿਆ। ਠੀਕ ਹੈ, ਸਾਰੇ ਤੁਹਾਡੇ ਧਿਆਨ ਦੇ ਵਿੱਚ ਹੋਣੇ ਚਾਹੀਦੇ ਨੇ। ਤਾਂ ਆਪਾਂ ਕੀ ਫਾਈਂਡ ਕਰਾਂਗੇ dA/dt। a ਦੀ ਵੈਲਿਊ ਆਪਣੇ ਕੋਲੇ ਕੀ ਸੀ, ਆਪਾਂ x ਲਈ ਸੀਗੀ ਨਾ, ਤੈਨੂੰ ਪੁੱਟ ਕਰ ਲਈਏ 3/4x² ਹੋ ਗਿਆ। ਠੀਕ ਹੈ, dA/dt ਇਜ਼ ਇਕੁਅਲ ਟੂ √3/4 ਇੰਟੂ 2x ਇੰਟੂ dx/dt। 2 ਨਾਲ ਇਹ ਕੈਂਸਲ ਹੋ ਗਿਆ ਤਾਂ ਵੈਲਿਊ ਕਿੰਨੀ ਆ ਗਈ 3/2x dx/dt ਕਿੰਨਾ ਤੁਹਾਡੇ ਕੋਲੇ 2। ਇਹ 2 ਨਾਲ ਇਹ ਕੈਂਸਲ ਹੋ ਗਿਆ ਤਾਂ ਵੈਲਿਊ ਕਿੰਨੀ ਰਹਿ ਗਈ √3x। ਅੱਗੇ ਆਪਾਂ ਨੂੰ ਕੀ ਦਿੱਤਾ ਹੋਇਆ dA/dt when x is equal to 20। ਇਹਨੂੰ 20 ਨਾਲ ਮਲਟੀਪਲਾਈ ਕਰ ਦਾਂਗੇ, √3 ਇੰਟੂ 20 ਤਾਂ ਵੈਲਿਊ ਕਿੰਨੀ ਆ ਗਈ 20√3 ਮੀਟਰ ਪਰ ਸੈਕਿੰਡ, ਸੌਰੀ ਸੈਂਟੀਮੀਟਰ ਪਰ ਸੈਕਿੰਡ। ਕਲੀਅਰ। ਨਾਓ ਮੂਵ ਟੂ ਨੈਕਸਟ ਕੁਐਸਚਨ। The length x of a rectangle is decreasing at the rate of 3 centimeter per minute।
ਜਿਹੜੀ ਲੈਂथ ਆ ਉਹਦੀ x ਜਾਨੀ कि dx अपॉन dt डिक्रीज हो रही है तो आप की लवांगे -3 लवांगे। एंड विड्थ ਤੁਹਾਡੀ dy अपॉन dt क्योंकि इन्होंने रेट दिता होया किस नाल इनक्रीज हो रही है 2 पॉजिटिव आपां नूं लाउण दी लोड़ ही नहीं क्योंकि वैसे पॉजिटिव ही हुंदे नंबर। आपां की फाइंड करना हैगा when x is equal to 10 and y is equal to 6 find the rate change of the perimeter or area। पहला पैरामीटर कढांगे। पैरामीटर अपने कोले की हुंदा 2 * x + y हुंदा यानी कि 2x + 2y हुंदा dp अपॉन dt किदे इक्वल आऊगा 2 * dx अपॉन dt प्लस 2 * dy अपॉन dt 2 कॉमन कढ लो -3 + 2 -2 मीटर पर सेकंड आ गया। ठीक है सॉरी सेंटीमीटर पर मिनट आ गया। नैक्सट बी पार्ट है एरिया। एरिया रेक्टेंगल का की हुंदा एक्स वाई ते कड्डो डी ए अपॉन डी टी एक्स एज इट इज वाई का डी वाई अपॉन डी टी वाई एज इट इज एक्स का डी एक्स अपॉन डी टी। ठीक है तो ये वैल्यू कितनी आऊगी एक्स डी वाई अपॉन डी टी कितना 2 आ माइनस वाई इंटू 3 है क्योंकि वो माइनस सीगा तो वैल्यू कितनी आ गई डी ए अपॉन डी टी 2x - 3y। ये वैल्यूज तुहानू गिवन है x 10 गिवन है 20 हो गया ए 18 हो गया तो वैल्यू कितनी हैगी 2 सेंटीमीटर पर मीटर। ये नाल यही की हो रहा इनक्रीज हो रहा वो आप वैल्यूज क्यों नहीं भरिया क्योंकि एक्स ते वाई की वैल्यू नहीं हैगी सी। ठीक है नैक्सट है द वॉल्यूम ऑफ अ स्फीयर इज इंक्रीजिंग एट द रेट ऑफ 3 क्यूबिक सेंटीमीटर पर सैकेंड। वॉल्यूम इंक्रीज हो रहा स्फीयर का। स्फीयर के वॉल्यूम का फॉर्मूला की होंगे 4/3 पाई आर क्यूब होंगे। वॉल्यूम चेंज हो रहा है तुहानू दिता होया डी बी अपॉन डी टी। ठीक है क्यूबिक सेंटीमीटर पर सैकेंड तो तुहानू दिता डी बी अपॉन डी टी 3 सेंटीमीटर क्यूब पर सैकेंड। फाइंड द रेट ऑफ इनक्रीज इट्स सरफेस एरिया। सरफेस एरिया किस दे अकॉर्डिंग चेंज होगा वैन द रेडियस आर तुहानू दिता होया 2 सेंटीमीटर तुसी फाइंड करना है डी एस अपॉन डी टी। एस अपने को कितना होंगे सरफेस एरिया कितना होंगे 4 पाई आर स्केयर होंगे तो कड्डो डी एस अपॉन डी टी 4 पाई 2 आर इंटू डी आर अपॉन डी टी। हुण तुहाडे कोले डी आर अपॉन डी टी नहीं हैगा वो आपां कित्थों कड्डांगे इहदे तो कड्डांगे डी वी इहदा जे तुसीं इहदा डेरीवेटिव करोगे तो कितना आऊगा डी वी अपॉन डी टी 4 अपॉन 3 इंटू पाई इंटू 3 आर स्केयर इंटू डी आर अपॉन डी टी। 3 नाल 3 कैंसल हो गया 4 पाई आर की वैल्यू कितनी है 2 का स्केयर 4 डी आर अपॉन डी टी और ये तुहानू दिता होया डी वी अपॉन डी टी 3 ये कितना हो गया 16 पाई आ गया 3/16 पाई किदे इक्वल आ गया डी आर अपॉन डी टी वो वैल्यू पुट कर दो तो आंसर कितना आ जाऊगा 4 पाई इंटू 2 आर इंटू 3 अपॉन 16 पाई आ जाऊगा। पाई नाल पाई कैंसल 4 2 8 8 2 16 तो वैल्यू कितनी आएगी 3/2 आर आ गई डी एस अपॉन डी टी वैन आर इज इक्वल टू 2 वैल्यू पुट कर दो 3 अपॉन 2 इंटू 2 तो वैल्यू कितनी आएगी 3 सेंटीमीटर। ठीक है स्केयर पर सैकेंड क्योंकि सरफेस एरिया अपने को स्केयर के विच होंदा है। ठीक है नैक्सट क्वेश्चन नैक्सट है 5th क्वेश्चन फॉर द कर्व y इज इक्वल टू 5x - 2x द क्यूब इफ x इंक्रीजेज एट द रेट ऑफ 2 यूनिट x इंक्रीज हो रहा है यानी कि dx अपॉन dt 2 यूनिट्स पर सेकेंड। फाइंड द रेट ऑफ चेंज ऑफ द स्लोप ऑफ द कर्व व्हेन x इज इक्वल टू 3। आप स्लोप जिहड़ा हैगा वो चैक करना है कि किस रेट नाल चेंज हो रहा है। ठीक है स्लोप तुहाडे कोले किहदे इक्वल हुंदा स्लोप हुंदा तुहाडा m और ये किहदे इक्वल हुंदा dy अपॉन dt दे। आपां फाइंड करना है dm अपॉन dt। पहला तो आपां m फाइंड करांगे m किहदे इक्वल dy अपॉन dx से पहला dy अपॉन dx कड्डो dy अपॉन dx हुंदा सॉरी 5 - 6x स्केयर ये हो गया तो m की वैल्यू तुहाडी कितनी आ गई 5 - 6x स्केयर। हुण तुसीं कड्डो dm अपॉन dt ये 0 हो गया -12x x का कितना हो गया dx अपॉन dt -12x dx अपॉन dt कितना तुहाडे कोले 2 आ। ठीक है तो कितना हो गया -24x आ गया तो dm अपॉन dt किदे इक्वल आ जाऊगा एट x इज इक्वल टू 3 ते -24 इंटू 3 इज इक्वल टू -72। क्लियर नाउ मूव टू नेक्स्ट क्वेश्चन एग्जांपल नंबर
एग्जाम्पल नंबर 6 ਦੇ ਵਿੱਚ ਕੀਤਾ ਆ ਅ ਵਾਟਰ ਟੈਂਕ ਹੈਜ਼ ਦਾ ਸ਼ੇਪ ਆਫ ਇਨਵਰਟਡ ਰਾਈਟ ਸਰਕੂਲਰ ਕੋਨ ਕੋਨ ਬਣਿਆ ਹੋਇਆ ਤੁਹਾਡੇ ਕੋਲੇ ਠੀਕ ਹੈ ਇਹ ਤਾਂ ਇਹ ਚੀਜ਼ ਹੋਗੀ ਔਰ ਇੱਥੋਂ ਇਹਦਾ ਇਹ ਵਾਲੀ ਚੀਜ਼ ਹੋਗੀ ਇਦਾਂ ਠੀਕ ਹੈ ਇਹ ਕੋਨ ਬਣਿਆ ਹੋਇਆ ਹੈਗਾ ਕੋਨ ਵਿਦ ਇਟਸ वर्टिकल आ वाली एक्सिस ਇਹਦੀ वर्टिकल होगी ठीक है एंड वर्टेक्स ਜਿਹੜਾ वर्टेक्स है ओके लोअर मोस्ट है नीचे इट्स सैमी वर्टिकल एंगल इज tan सैमी वर्टिकल एंगल है ਜਿਹੜਾ ਉਹ ਤੁਹਾਨੂੰ ਦਿੱਤਾ ਹੋਇਆ ਹੈਗਾ tan ਇਨਵਰਸ 1/2 ਦਿੱਤਾ ਹੋਇਆ ਹੈਗਾ ਠੀਕ ਹੈ ਇਹਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ ਉਸ ਤੋਂ ਬਾਅਦ ਕੀ ਵਾਟਰ ਇਜ਼ ਪੋਰਡ ਇਨਟੂ ਇਟ ਐਟ ਦੀ ਕਨਸਟੈਂਟ ਰੇਟ ਆਫ 5 ਕਿਊਬਿਕ ਮੀਟਰ ਪਰ ਮਿੰਟ 1 ਮਿੰਟ ਦੇ ਹਿਸਾਬ ਨਾਲ ਇਹ ਚ 5 ਕਿਊਬਿਕ ਮੀਟਰ ਪਾਣੀ ਜਿਹੜਾ ਹੈਗਾ ਨਾ ਪਾ ਰਹੇ ਨੇ ਪੋਰਡ ਕਰ ਰਹੇ ਨੇ find the rate at which the level of the water is rising at the instant when the depth of the water in the tank is 10 meter ਜਦੋਂ ਟੈਂਕ ਦੇ ਵਿੱਚ ਜਿਹੜੀ ਵਾਟਰ ਦੀ ਡੈਪਥ ਆ ਉਹ 10 ਮੀਟਰ ਹੈ ਠੀਕ ਹੈ ਤਾਂ ਤੁਸੀਂ ਕੀ ਫਾਈਂਡ ਕਰਨਾਗਾ ਰੇਟ ਫਾਈਂਡ ਕਰਨਾ ਕਿ ਕਿਸ ਰੇਟ ਨਾਲ ਪਾਣੀ ਜਿਹੜਾ ਹੈਗਾ ਉਹ ਇਨਕਰੀਜ਼ ਹੋ ਰਿਹਾ ਹੈਗਾ ਯਾਨੀ ਕਿ ਉਹਦੀ ਹਾਈਟ ਕਿਸ ਰੇਟ ਨਾਲ ਇਨਕਰੀਜ਼ ਹੋ ਰਹੀ ਹੈ ਤਾਂ ਤੁਸੀਂ ਕੀ ਫਾਈਂਡ ਕਰਨਾ ਹੈ DH/dt ਫਾਈਂਡ ਕਰਨਾ ਹੈ ਠੀਕ ਹੈ ਤਾਂ ਹੁਣ ਦੇਖੋ ਇਹਦੀ ਟੋਟਲ ਹਾਈਟ ਇਹ ਹੈਗੀ h ਆਪਾਂ ਕਿੱਥੋਂ ਤੱਕ ਕਰਨਾ ਹੈ 10 ਮੀਟਰ ਤੱਕ ਕਰਨਾ ਹੈ ਇਹਨੂੰ ਆਪਾਂ ਕੈਪੀਟਲ h ਲੈ ਲਈ ਠੀਕ ਹੈ ਇਹਨੂੰ ਆਪਾਂ ਲੈ ਲੈਣੇ ਆ ਕੈਪੀਟਲ h ਇਹ ਐਂਗਲ ਤੁਹਾਡਾ ਹੋ ਗਿਆ ਅਲਫਾ ਠੀਕ ਹੈ ਤੇ ਇਹਨੂੰ ਜਿਹੜਾ ਹੈਗਾ ਆਪਾਂ ਡਿਨੋਟ ਕਰ ਲੈਣੇ ਆ ਇਹਨੂੰ a ਪੁਆਇੰਟ ਲੈ ਲੈਣੇ ਆ ਇਹਨੂੰ b ਪੁਆਇੰਟ ਲੈ ਲੈਣੇ ਆ ਇਹ ਤੁਹਾਡਾ ਰੇਡੀਅਸ ਹੈ ਇਹਨੂੰ p ਪੁਆਇੰਟ ਲੈ ਲੈਣੇ ਆ ਇਹਨੂੰ c ਲੈ ਲੈਣੇ ਆ ਠੀਕ ਹੈ ਇਹਨੂੰ d ਲੈ ਲੈਣੇ ਆ ਇਹ ਤੁਹਾਡਾ ਕੈਪੀਟਲ r ਕਿਉਂਕਿ ਜੇ ਤੁਸੀਂ ਇੱਥੋਂ ਕੱਟੋਗੇ ਤਾਂ ਵੀ ਤਾਂ ਰੇਡੀਅਸ ਬਣੂਗਾ ਹੀ ਨਾ ਤਾਂ a ਪੁਆਇੰਟ ਹੋ ਗਿਆ ਤੁਹਾਡਾ o ਠੀਕ ਹੈ ਹੁਣ ਆਪਾਂ ਲੈਣੇ ਆ ਲੈਟ r be the radius and h the height of cone पूरे कोन दी हाइट है h ठीक है and if alpha be the semi vertical angle अगर अल्फा ਇਹਦਾ semi vertical angle है ਤਾਂ ਤੁਸੀਂ ਇਹਦੇ ਤੇ tan ਥੀਟਾ ਵਾਲਾ ਫਾਰਮੂਲਾ ਲਾ ਦਈਏ ਆ ਤੁਹਾਡਾ ਬੇਸ ਹੋ ਗਿਆ ਨਾ ਜਿਹਦੇ ਨਾਲ ਐਂਗਲ ਬਣ ਰਿਹਾ ਤਾਂ ਇਹ ਕਿੰਨਾ ਹੋ ਗਿਆ tan alpha ਕਿਹਦੇ ਇਕੁਅਲ ਹੋ ਗਿਆ ਇਹ ਕੀ ਹੁੰਦਾ ਪਰਪੈਂਡੀਕੂਲਰ ਅਪਨ ਬੇਸ ਹੁੰਦਾ ਯਾਨੀ ਕਿ r upon h ਆ ਗਿਆ ਠੀਕ ਹੈ r upon h ਪੂਰਾ ਲੈ ਲੈਣੇ ਆਪਾਂ r upon h ठीक है ये वाला r हो गया और टोटल की है ये h ये r हो गया ये h हो गया ठीक है tan ਇਹਦੇ ਨਾਲ ਕੀ ਹੋ ਗਿਆ tan इनवर्स 1/2 ਦਿੱਤਾ ਹੋਇਆ ਨਾ ਆਪਾਂ ਨੂੰ ਸੈਮੀ ਵਰਟੀਕਲ ਐਂਗਲ ਗਿਵਨ is equal to r upon h tan ਨਾਲ tan इनवर्स कैंसिल हो गया इधर वैल्यू आ गई 1/2 r upon h क्रॉस मल्टीप्लाई कर दो h ਕਿਦੇ ਇਕੁਅਲ ਆ ਗਿਆ 2 r ਦੇ ਇਕੁਅਲ ਆ ਗਿਆ ਇਹਨੂੰ ਆਪਾਂ 1 ਨਾਲ ਡਿਨੋਟ ਕਰ ਦਿੰਦੇ ਹਾਂ ਨੈਕਸਟ ਹੈ ਤੁਹਾਨੂੰ ਦਿੱਤਾ ਹੋਇਆ dB/dt देखो कांस्टेंट रेट नाल 5 क्यूबिक यानी कि वॉल्यूम इंक्रीज हो गया 5 क्यूबिक मीटर पर मिनट dV/dt ਆਪਾਂ ਨੂੰ गिवन है ठीक है ਇਹਨੂੰ ਆਪਾਂ ਸੈਕਿੰਡ ਲੈ ਲੈਣਾ ਹੁਣ ਦੇਖੋ ਆਪਾਂ ਕੀ ਫਾਈਂਡ ਕਰਨਾ ਹੈ ਤੁਸੀਂ ਫਾਈਂਡ ਕਰਨਾ ਹੈ dH ਕਿ ਉਹਦਾ ਰੇਟ ਕਿਸ ਦੇ ਅਕੋਰਡਿੰਗ ਚੇਂਜ ਹੋ ਰਿਹਾ ਹੈਗਾ ਠੀਕ ਹੈ ਤਾਂ ਪਹਿਲਾਂ ਆਪਾਂ r ਤੇ h ਦਾ ਰਿਲੇਸ਼ਨ ਫਾਈਂਡ ਕਰਾਂਗੇ ਇੱਕ ਤੁਹਾਡੇ ਕੋਲੇ ਆ ਵਾਲੀ ਟ੍ਰਾਇੰਗਲ ਹੈਗੀ ਇੱਕ ਤੁਹਾਡੇ ਕੋਲੇ ਇਹ ਵਾਲੀ ਇਹ ਆ ਐਂਗਲ 90 ਦਾ ਇਹ ਐਂਗਲ ਵੀ 90 ਦਾ ठीक है आ एंगल कॉमन है तो थर्ड एंगल अपने आप कॉमन हो गया जो दो एंगल कॉमन है दो एंगल सेम है तो की हो गया दोनों की हो गई सिमिलर हो गई अगर ये सिमिलर हो गई तो आप लिख सकते हैं नाउ ट्राइंगल PBO एंड ट्राइंगल CDO आर सिमिलर किहड़ियां PBO ते CDO ये दोनों की हो गई सिमिलर हो गई अगर ट्राइंगल सिमिलर है तो उन्होंने कोरस्पोंडिंग साइड की रेशो सेम होंगी है एक इधर की है CD ये कोरस्पोंडिंग यदि केड़ी साइड है PB और यदि ए वाली साइड केड़ी है OC और ये अकॉर्डिंग यदि केड़ी साइड है OP है CD किहदे इक्वल है कैपिटल R दे और PB किहदे इक्वल है स्मॉल r दे OC किहदे इक्वल है OC कैपिटल H दे और OP किहदे इक्वल है स्मॉल h दे ठीक है तो इथों आप कैपिटल R कढ़ लेने जे कैपिटल R कढ़ोगे तो उधर मल्टीप्लाई हो गया RH/h आ गया हम देखो कि R इज इक्वल टू R/h इत्थे हैगा सी ना अपने कोले R/h किहदे इक्वल सीगा 1/2 दे इनटू h तो ये तुहाडे कोले इहदे इक्वल आ गया ठीक है इत्थे आपां लिख दांगे यूजिंग 1 इहनूं आपां थर्ड ले लेना थर्ड नाल डिनोट कर लेना हुण वॉल्यूम इहदा की हुंदा है 1/3 पाई r² h होएगा ना
ठीक है 1/3 आर स्क्वायर एच। ये देखो आप इत्थों तक ही लेना क्योंकि 10 उन्होंने क्या होया 10 मीटर तक। ठीक है तो यदा वॉल्यूम ये हो गया जिहदा तुसीं कढोगे dv/dt किहदे इक्वल आऊगा dv पहले वॉल्यूम लिख लो 1/3 पाई आर स्क्वायर। आर की वैल्यू कितनी थी हुई तुहानूं 1/2h 1/4h दी क्यूब आ गया तो वॉल्यूम कितना आ गया 1/12 पाई h दी क्यूब आ गया। ठीक है यूजिंग 3 ਨੂੰ यूज करके ਆਪਾਂ ਇਹ ਕੱਢ ਲਿਆ। ਹੁਣ dv/dt ਕੱਢਾਂਗੇ dv/dt ਕਿੰਨਾ ਹੋਊਗਾ 1/12 ਪਾਈ 3h ਦਾ ਸਕੁਅਰ ਇਨਟੂ dh/dt ਆ ਜਾਊਗਾ। dv/dt ਤੁਹਾਨੂੰ ਗਿਵਨ ਇਹ ਕਿੰਨਾ ਗਿਵਨ ਹੈ 5 ਇਹ ਕੈਨਸਲ ਹੋ ਗਿਆ 4 1/4 ਪਾਈ h ਦੀ ਵੈਲਿਊ ਕਿੰਨੀ ਗਿਵਨ ਸੀ ਆਪਾਂ ਨੂੰ 5 ਕਿਉਂਕਿ ਇਹਨਾਂ ਨੇ ਦਿੱਤਾ ਹੋਇਆ h ਦੀ ਵੈਲਿਊ ਤੁਹਾਨੂੰ ਕਿੰਨੀ ਗਿਵਨ ਸੀ h ਦੀ ਵੈਲਿਊ ਤੁਹਾਨੂੰ ਗਿਵਨ ਸੀ 10 ਸੌਰੀ 10 × 10 इंटू dh/dt ये कैंसिल हो गया ये 5 आ गया ये 5 आ गया तो वैल्यू कितनी आएगी 5 = 25 पाई dh/dt dh/dt किहदे इक्वल आ गया 5/25 पाई इनू कट कर दो 1/5 पाई आंसर आ जाऊगा मीटर पर मिनट। ठीक है एक बार नहीं समझ लगा तो दो बार तुम रिपीट करके देख लो। नाउ मूव टू नेक्स्ट क्वेश्चन क्वेश्चन नंबर 8 7th एग्जाम्पल है 6 की तरह ही है। अगर नहीं समझ आऊगी तो तुम दस दो फिर मैं रिपीट कर दूंगी। ठीक है दोबारा वीडियो बना देंगे आप जो एग्जाम्पल्स पेंडिंग ने। ठीक है अगर ना समझ आए जो समझ आ गया तो ठीक है तुम कर ली। नैक्सट एग्जाम्पल नंबर 8 आ स्टोन इज ड्रॉप्ड इनटू आ कट लेक यानी कि शांत जी हैगी है तुहाडे कोले पानी की कोई झील आ उहदे विच एक स्टोन पत्थर मारिया उन्होंने एंड द वेव्स मूव इन द सर्कल यानी कि तुसीं पत्थर मारिया तो उहदे नाल पानी इदां इदां दूर दूर जाण लग जांदा ना एट अ स्पीड ऑफ 4 सेंटीमीटर पर सैकेंड 4 सेंटीमीटर पर सैकेंड के रेट नाल जिहड़ा हैगा वो इनक्रीज हो रहा एट द इंस्टेंट वैन द रेडियस ऑफ द सर्कुलर वेव इज 10 सेंटीमीटर। आर तुहानूं दिता होया 10 सेंटीमीटर हाउ फास्ट द इनक्लोज एरिया इज इनक्रीजिंग एरिया तुसीं दसना कि किस रेट नाल चेंज हो रहा है। हुण तुहानूं इन्हां ने कीता उहदा सर्कल दीयां जिहड़ियां वेव्स ने हुण आ चीज़ दूर दूर जा रही है यानी कि द रेडियस ही चेंज हो रहा है dr/dt ये कितना है 4 सेंटीमीटर पर सैकेंड मीनस की है तुहाडे कोले इनक्रीज हो रहा है dr/dt ये इक्वल हो गया। आप एरिया कढ़ना एरिया कि इक्वल होंगे सर्कल का पाई आर स्क्वायर के इक्वल dA/dt कि इक्वल आ जाऊगा 2 पाई आर इंटू dr/dt 2 पाई आर dr/dt की वैल्यू कितनी है 4 तो कि इक्वल आ गया 8 पाई आर दे इक्वल आ गया। बट तुसीं कदों फाइंड करना dA/dt when r is equal to 10 सेंटीमीटर तो इसे पुट कर दो 8 पाई इंटू 10 सेंटीमीटर इज इक्वल टू 80 पाई सेंटीमीटर आंसर आ जाएगा। ठीक है सेंटीमीटर स्क्वायर पर सेकेंड। नाउ मूव टू नेक्स्ट क्वेश्चन क्वेश्चन नंबर 9 A man 2 meter high walks at a uniform speed of 6 km per hour away from a lamp post यानी कि ये तुहाडा लैंप पोस्ट हो गया ये परसन है। ठीक है ये इधरों इस साइड नूं जा रहा है। ठीक है इधरों इस साइड नूं जा रहा है किस स्पीड नाल 6 किलोमीटर पर आवर की स्पीड नाल पोस्ट की जिहड़ी हाइट आ वो तुहाडे कोल हैगी है 6 मीटर। ठीक है ये तुहाडा जिहड़ा हैगा मैन इत्थों चलिया वो इधर वल नूं जा रहा है। ठीक है फाइंड द रेट एट विच द लेंथ ऑफ हिज शैडो जिहड़ी उहदी शैडो आ वो दसनी आपां मान लो इत्थे जाके खड़ा हो गया तो उहदी शैडो इधर नूं पऊगी तो आपां शैडो की जिहड़ी हैगी आ वो लेंथ दसनी है। ठीक है तो इहनूं आपां इधर मैच कर लीए इहनूं इत्थों ज्वाइन कर लीए तो इहनूं पॉइंट्स नूं लै लो तुसीं जिहड़ा हैगा एस इहनूं एम लै लैंदे आ और इहनूं ए लै लैंदे आ इहनूं एन लै लैंदे आ इहनूं बी लै लैंदे आ। ठीक है तुहानूं की गिवन तुहानूं गिवन की है जिहड़ी भी हैगी है तुसीं आपां हुण लेट कर लैंदे आ लेट जिहड़ी ए एम ओ एल आ इनू एल ले लीए और जिहड़ी एम एस आ उहनूं आपां एस नाल डिनोट कर लैंदे आ स्मॉल नाल क्यों क्योंकि एक ही है उहदी एस की है शैडो। ठीक है हुण देखो नाउ ट्राईएंगल्स किहड़ियां किहड़ियां ट्राईएंगल ए एस बी एंड ट्राईएंगल एम एस एन आर सिमिलर ये सिमिलर देखो ए एस बी ए वाली ते एम एस एन ये दोनों सिमिलर क्यों है आ वाला एंगल 90 है आ वाला एंगल दोनों का कॉमन है तो ये सिमिलर हो गए। ठीक है जो दो एंगल इक्वल तो ये सिमिलर हो जानी है देयर फोर एम एस अपॉन एम एस के नीचे की लगूगा एस ए लगूगा या ए एस लिख लो और इधरों की आऊगा एम एन के नीचे की आऊगा
AB ਆਊਗਾ। ਵੈਲਿਊਜ਼ ਪੁੱਟ ਕਰ ਲਓ ਜਿਹੜੀਆਂ ਤੁਹਾਡੇ ਕੋਲੇ ਹੈਗੀਆਂ ਨੇ। MS ਕਿੰਨੀ ਹੈ ਤੁਹਾਡੇ ਕੋਲੇ MS ਤੁਹਾਡੇ ਕੋਲੇ ਕਿਹਦੇ ਇਕੁਅਲ ਹੈ S ਦੇ ਇਕੁਅਲ अपॉन AS ਇਹ ਕਿਹਦੇ ਇਕੁਅਲ ਹੈ S plus L ਦੇ ਇਕੁਅਲ ਹੈ ਔਰ MN ਤੁਹਾਨੂੰ ਕਿੰਨਾ ਦਿੱਤਾ ਹੋਇਆ ਦੇਖੋ MN ਆਪਾਂ ਨੂੰ ਦਿੱਤਾ ਹੋਇਆ ਹੈਗਾ 2 ਮੀਟਰ MN ਆਪਾਂ ਨੂੰ ਦਿੱਤਾ ਹੋਇਆ 2 ਮੀਟਰ 2 ਮੀਟਰ ਹਾਈ ਹੈ ਨਾ ठीक है। MN ਆਪਾਂ ਦਿੱਤਾ ਹੋਇਆ 2 ਮੀਟਰ ਇਹਨੂੰ ਆਪਾਂ ਕਿਲੋਮੀਟਰ ਬਣਾ ਲੈਣੇ 2/1000 ਔਰ ਨੈਕਸਟ ਹੈ S plus L S plus ਸੌਰੀ AB ਤੁਹਾਨੂੰ ਕਿੰਨਾ ਦਿੱਤਾ ਹੋਇਆ 6 ਮੀਟਰ ਤੈਨੂੰ 6/1000 ਕਿਉਂਕਿ ਸਪੀਡ ਆਪਾਂ ਨੂੰ ਕਿਲੋਮੀਟਰ ਪਰ ਆਵਰ ਦੇ ਵਿੱਚ ਦਿੱਤੀ ਹੋਈ ਸੀ ਤਾਂ 1000 ਨਾਲ 1000 ਕੈਨਸਲ ਹੋ ਗਿਆ 2 ਨੂੰ ਤੇ 6 ਦਾ ਕੱਟ ਕੇ 1/3 ਆ ਗਿਆ ਤਾਂ S ਇਹਨੂੰ ਮਲਟੀਪਲਾਈ ਕਰ ਦੋ 3S is equal to S plus L ਇਹਨੂੰ ਇੱਧਰ ਲਿਆਓ 2S is equal to L ਦੇ ਇਕੁਅਲ ਆ ਗਿਆ। ਆਪਾਂ ਕੀ ਫਾਈਂਡ ਕਰਨਾ ਹੈ ds/dt ਕਿਹਦੇ ਇਕੁਅਲ ਆਊਗਾ ds/dt is equal to ਇਹਨੂੰ ਮਲਟੀ 2 ਨਾਲ is equal to dl/dt ਆਪਾਂ ਕੀ ਫਾਈਂਡ ਕਰਨਾ ਸੀ ds/dt ਫਾਈਂਡ ਕਰਨਾ ਸੀ ਔਰ ਆਪਾਂ ਨੂੰ ਇਹ ਗਿਵਨ ਆ ਕਿ ਉਹ ਜਿਹੜਾ ਹੈਗਾ ਇਧਰ ਨੂੰ l ਇਹ ਗਿਵਨ ਹੈ ਨਾ ਕਿ ਇਸ ਰੇਟ ਨਾਲ ਜਾ ਰਿਹਾ dl/dt ਤੁਹਾਨੂੰ ਗਿਵਨ ਸੀਗਾ 6 ਕਿਲੋਮੀਟਰ ਪਰ ਆਵਰ ਇਹ ਚ ਪੁੱਟ ਕਰ ਦੋ 2 ds/dt is equal to 6 किलोमीटर पर आवर ये डिवाइड हो जाऊगा ds/dt किहदे इक्वल आ गया 3 किलोमीटर पर आवर दे इक्वल आ गया। क्लीयर ठीक है। जो नैक्सट एग्जाम्पल है 10th वो तो जमा सेम है। इस बाद आप 11th ते 12th एग्जाम्पल करते हैं। ओके नाउ मूव टू नैक्सट 11th एग्जाम्पल दे विच कीता हैगा द अमाउंट ऑफ पोल्यूशन कंट्रोल इन एयर इन अ सिटी ड्यू टू x डीजल ये जो x वैल्यू डीजल दी दी हुई है ਵਹੀਕਲ ਇਜ਼ ਗਿਵਨ ਬਾਈ ਜਾਨੀ ਕਿ ਪੋਲਿਊਸ਼ਨ ਦਾ ਤੁਹਾਨੂੰ ਗਿਵਨ ਹੈ ਗ੍ਰਾਫ 0.005 x ਕਿਊਬ 0.02 x ਸਕੁਅਰ 30x ਫਾਈਂਡ ਦਾ ਮਾਰਜਨਲ ਇਨਕਰੀਜ਼ ਜਾਨੀ ਕਿ ਪੋਲਿਊਸ਼ਨ ਦੇ ਵਿੱਚ ਮਾਰਜਨਲ ਤੁਹਾਡੇ ਕੋਲੇ ਕੀ ਹੁੰਦਾ ਵੀ ਇੱਕ ਜਿਹੜੀ ਹੈਗੀ ਯੂਨਿਟ ਵਧਾਉਣ ਨਾਲ किस ਜਿਹੜੀ ਹੈਗੀ ਹੈ ਇਨਕਰੀਜ਼ ਹੋ ਰਿਹਾ ਜਾਂ ਡਿਕਰੀਜ਼ ਹੋ ਰਿਹਾ ਉਹ ਤੁਹਾਡਾ ਹੁੰਦਾ ਮਾਰਜਨਲ ਇੱਕ ਯੂਨਿਟ ਇਨਕਰੀਜ਼ ਕਰਨ ਨਾਲ ਜਾਂ ਇੱਕ ਯੂਨਿਟ ਡਿਕਰੀਜ਼ ਕਰਨ ਨਾਲ ਜਿਹੜਾ ਉਹਦੇ ਚ ਡਿਫਰੈਂਸ ਆਂਦਾ ਉਹ ਮਾਰਜਨਲ ਹੁੰਦਾ ਤੁਹਾਡਾ ਉਹਨੂੰ ਮਾਰਜਨਲ ਡਿਫਰੈਂਸ ਬੋਲਦੇ ਨੇ ਠੀਕ ਹੈ ਉਹ ਇਨਕਰੀਜ਼ ਵੀ ਹੋ ਸਕਦਾ ਡਿਕਰੀਜ਼ ਵੀ ਹੋ ਸਕਦਾ ਪੋਲਿਊਸ਼ਨ ਕੰਟਰੋਲ ਵੈਨ 3 ਡੀਜ਼ਲ ਵਹੀਕਲ ਆਰ ਜਾਨੀ ਕਿ x ਦੀ ਵੈਲਿਊ ਜਦੋਂ ਕੀ ਹੈ 3 ਐਡ ਕਰ ਦੇਣਗੇ ਤਾਂ ਪਹਿਲਾਂ ਆਪਾਂ p ਡੈਸ਼ x ਕੱਢਾਂਗੇ ਤਾਂ ਡੈਰੀਵੇਟਿਵ ਕੱਢੋ 3 ਅੱਗੇ ਆ ਗਿਆ 15 ਆ ਗਿਆ ਤਾਂ ਕਿੰਨਾ ਹੋ ਜਾਊਗਾ 0.015 x ਦਾ ਸਕੁਅਰ ਪਲੱਸ 2 ਅੱਗੇ ਆ ਗਿਆ 0.04 x plus 30 आ गया ये p डैश x आ गया हुण p डैश 3 फाइंड कर दो 0.015 इंटू 3 का स्केयर 0.04 इंटू 3 प्लस 30 9 आ गया 9 ਇਹਦੇ ਨਾਲ ਮਲਟੀਪਲਾਈ ਕਰ ਦੋ ਤਾਂ ਕਿੰਨਾ ਹੁੰਦਾ 9 15 ਨਾਲ 135 ਹੁੰਦਾ 0 ਪੁਆਇੰਟ ਹੋ ਗਿਆ प्लस 0.12 हो गया प्लस 30 हो गया ਇਹਨਾਂ ਨੂੰ ਐਡ ਕਰ ਦੋ ਕਿੰਨਾ ਆ ਗਿਆ 30.255 ठीक है ये आ गया ਤੁਹਾਡਾ मार्जिनल ਜਿਹੜੀ वैल्यू आऊगी 12th एग्जांपल जमा सेम है इस तो तुम एक्सरसाइज कर लो अगर कोई प्रॉब्लम हुई तो पूछ लो ठीक है वीडियो ਨੂੰ लाइक ਤੇ शेयर करो ਅੱਗੇ ਤੋਂ ਅੱਗੇ ਤੇ सब्सक्राइब करो चैनल ਨੂੰ ਤਾਂ ਅੱਗੇ ਤੁਹਾਨੂੰ ਆਉਣ ਵਾਲੀ हर वीडियो ਦਾ नोटिफिकेशन मिलता रहे ओके थैंक्स फॉर वाचिंग।